ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਬਾਰਡਰ ਖੋਲ੍ਹਣ ਦੇ ਲਈ ਸਰਕਾਰ ਤੇ ਦਬਾਅ, ਬਾਰਡਰ ਛੇਤੀ ਖੋਲ੍ਹਣ ਦੀ ਹੋ ਰਹੀ ਹੈ ਮੰਗ। ਕੈਨੇਡਾ ਦੇ ਸਕੂਲਾਂ ਦੇ ਵਿੱਚ ਪੜਾਇਆ ਜਾ ਰਿਹਾ ਕਿਸਾਨੀ ਸੰਘਰਸ਼ ਬਾਰੇ ਭਾਰਤੀ ਕੌਂਸਲੇਟ ਨੇ ਪੱਤਰ ਲਿਖ ਕੇ ਜਤਾਇਆ ਇਸ ਦੇ ਉੱਪਰ ਇਤਰਾਜ਼। ਕੈਨੇਡਾ ਨੇ ਪੂਰਾ ਕੀਤਾ ਵੈਕਸੀਨ ਦਾ ਟੀਚਾ, 75% ਦੀ ਆਬਾਦੀ ਨੂੰ ਲੱਗੀ ਪਹਿਲੀ ਡੋਜ਼। ਲੋਟੋਮੈਕਸ ਲਾਟਰੀ ਜਿੱਤਣ ਦਾ ਸੁਨਹਿਰੀ ਮੌਕਾ, ਇਸ ਹਫ਼ਤੇ ਵੀ ਨਹੀਂ ਨਿਕਲ ਸਕਿਆ ਡਰਾਅ। ਸਮੁੰਦਰੀ ਤੱਟ ਤੇ ਜਮ੍ਹਾਂ ਹੋਏ ਪੁਰਾਣੇ ਮਾਸਕ, ਮਾਹਿਰਾਂ ਨੇ ਕੀਤਾ ਚਿੰਤਾ ਦਾ ਪ੍ਰਗਟਾਵਾ। ਅਮਰੀਕਾ ਦੇ ਵਿੱਚ ਲੱਗੇ 300 ਮਿਲੀਅਨ ਟੀਕੇ, ਬਾਈਡਨ ਨੇ ਕੀਤਾ ਧੰਨਵਾਦ। ਕੈਨੇਡਾ ਯੂਐਸ ਬਾਰਡਰ ਇੱਕ ਹੋਰ ਮਹੀਨੇ ਦੇ ਲਈ ਬੰਦ ਰਹੇਗਾ। ਇਸ ਦੇ ਨਾਲ ਸੰਬੰਧਿਤ ਹਾਲ ਹੀ ਦੇ ਵਿੱਚ ਐਲਾਨ ਕੀਤਾ ਗਿਆ ਕਿ ਜੁਲਾਈ 21 ਤੱਕ ਨਾਨ ਐਸੈਂਸ਼ੀਅਲ ਟਰੈਵਲ ਦੇ ਵਾਸਤੇ ਇਹ ਬਾਰਡਰ ਬੰਦ ਰਹਿਣ ਵਾਲਾ ਹੈ। ਪਰ ਦੂਜੇ ਪਾਸੇ ਕੈਨੇਡਾ ਦੇ ਕਾਰੋਬਾਰੀ ਜਿਹੜੇ ਟੂਰਿਜ਼ਮ ਇੰਡਸਟਰੀ ਦੇ ਨਾਲ ਜੁੜੇ ਹੋਏ ਨੇ, ਉਹਨਾਂ ਵੱਲੋਂ ਲਗਾਤਾਰ ਸਰਕਾਰ ਦੇ ਉੱਪਰ ਦਬਾਅ ਬਣਾਇਆ ਜਾ ਰਿਹਾ ਹੈ ਤੇ ਮੰਗ ਕੀਤੀ ਜਾ ਰਹੀ ਹੈ ਕਿ ਇਸ ਬਾਰਡਰ ਨੂੰ ਜਲਦ ਖੋਲ੍ਹਿਆ ਜਾਵੇ। ਕੈਨੇਡਾ ਅਮਰੀਕਾ ਬਾਰਡਰ ਅਗਲੇ ਇੱਕ ਹੋਰ ਮਹੀਨੇ ਦੇ ਲਈ ਬੰਦ ਰਹਿਣ ਵਾਲਾ ਹੈ। ਹਾਲ ਹੀ ਦੇ ਵਿੱਚ ਐਲਾਨ ਕੀਤਾ ਗਿਆ ਕਿ ਕੈਨੇਡਾ ਅਮਰੀਕਾ ਬਾਰਡਰ ਨੂੰ ਨਾਨ ਐਸੈਂਸ਼ੀਅਲ ਟਰੈਵਲ ਦੇ ਵਾਸਤੇ ਜੁਲਾਈ 21 ਤੱਕ ਬੰਦ ਰੱਖਿਆ ਜਾਵੇਗਾ। ਪਰ ਕੈਨੇਡਾ ਦੇ ਵਿੱਚ ਵੱਖ-ਵੱਖ ਕੰਪਨੀਆਂ ਦੇ ਵੱਲੋਂ ਅਤੇ ਟੂਰਿਜ਼ਮ ਇੰਡਸਟਰੀ ਵੱਲੋਂ ਸਰਕਾਰ ਨੂੰ ਕਿਹਾ ਜਾ ਰਿਹਾ ਹੈ ਕਿ ਜਲਦ ਇਸ ਬਾਰਡਰ ਨੂੰ ਖੋਲ੍ਹਿਆ ਜਾਵੇ। ਇਸ ਇੰਡਸਟਰੀ ਵੱਲੋਂ ਫੈਡਰਲ ਸਰਕਾਰ ਦੇ ਉੱਪਰ ਬਾਰਡਰ ਖੋਲ੍ਹਣ ਦੇ ਲਈ ਕਾਫੀ ਪ੍ਰੈਸ਼ਰ ਪਾਇਆ ਜਾ ਰਿਹਾ ਹੈ, ਕਿਉਂਕਿ ਮਾਰਚ 2020 ਤੋਂ ਹੀ ਕਰੋਨਾ ਵਾਇਰਸ ਦੇ ਕਾਰਨ ਕੈਨੇਡਾ ਅਮਰੀਕਾ ਬਾਰਡਰ ਨੂੰ ਨਾਨ ਐਸੈਂਸ਼ੀਅਲ ਟਰੈਵਲ ਦੇ ਵਾਸਤੇ ਬੰਦ ਕੀਤਾ ਹੋਇਆ ਹੈ। ਹਾਲ ਹੀ ਦੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪ੍ਰੈਸ ਕਾਨਫਰੰਸ ਦੇ ਵਿੱਚ ਬੋਲਦਿਆਂ ਇਹ ਜ਼ਿਕਰ ਕੀਤਾ ਗਿਆ ਕਿ ਜੇਕਰ ਕੈਨੇਡਾ ਦੇ ਵਿੱਚ 75% ਦੀ ਆਬਾਦੀ ਨੂੰ ਇੱਕ ਡੋਜ਼ ਅਤੇ 20% ਦੀ ਆਬਾਦੀ ਨੂੰ 2 ਡੋਜ਼ ਲੱਗ ਜਾਣਗੇ, ਉਦੋਂ ਇਸ ਬਾਰਡਰ ਨੂੰ ਖੋਲ੍ਹਣ ਸੰਬੰਧੀ ਕੋਈ ਫੈਸਲਾ ਸਾਹਮਣੇ ਆ ਸਕਦਾ ਹੈ। ਕੈਨੇਡਾ ਵੱਲੋਂ ਇਹ ਟਾਰਗੇਟ ਪੂਰਾ ਕਰ ਲਿਆ ਗਿਆ ਹੈ, ਕਿਉਂਕਿ ਕੈਨੇਡਾ ਦੇ ਵਿੱਚ ਹੁਣ 75% ਦੀ ਆਬਾਦੀ ਨੂੰ ਇੱਕ ਡੋਜ਼ ਅਤੇ 20% ਨੂੰ 2 ਡੋਜ਼ ਲੱਗ ਚੁੱਕੇ ਨੇ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਜਿਹੜੇ ਫੁੱਲੀ ਵੈਕਸੀਨੇਟਡ ਨੇ ਉਹ ਵੀ ਦੂਸਰੇ ਨੂੰ ਕੋਵਿਡ-19 ਵਾਇਰਸ ਦੇ ਸਕਦੇ ਨੇ। ਇਹ ਵਾਇਰਸ ਉਸ ਵਿਅਕਤੀ ਤੱਕ ਪਹੁੰਚ ਸਕਦਾ ਹੈ ਜਿਸ ਨੂੰ ਕੋਵਿਡ-19 ਦਾ ਟੀਕਾ ਨਹੀਂ ਲੱਗਿਆ ਹੋਇਆ, ਕਿਉਂਕਿ ਉਹ ਇਸ ਸੰਬੰਧੀ ਕੋਈ ਵੀ ਰਿਸਕ ਨਹੀਂ ਲੈਣਾ ਚਾਹੁੰਦੇ। ਇਸ ਕਰਕੇ ਉਹ ਕੋਈ ਵੀ ਆਪਣਾ ਜਲਦਬਾਜ਼ੀ ਦੇ ਵਿੱਚ ਫੈਸਲਾ ਨਹੀਂ ਸੁਣਾ ਰਹੇ। ਐਲਬਰਟਾ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਕਿ ਜੁਲਾਈ 1 ਤੋਂ ਇਸ ਪ੍ਰੋਵਿੰਸ ਨੂੰ ਪੂਰੀ ਤਰ੍ਹਾਂ ਦੇ ਨਾਲ ਮੁੜ ਖੋਲ੍ਹਿਆ ਜਾ ਰਿਹਾ ਹੈ, ਕਿਉਂਕਿ ਇੱਥੇ 70% ਦੀ ਆਬਾਦੀ ਨੂੰ ਕੋਵਿਡ-19 ਵੈਕਸੀਨ ਦੀ ਇੱਕ ਡੋਜ਼ ਲੱਗ ਚੁੱਕੀ ਹੈ। ਲੰਬੇ ਸਮੇਂ ਤੋਂ ਇਹ ਬਾਰਡਰ ਬੰਦ ਰਹਿਣ ਦੇ ਕਾਰਨ ਆਰਥਿਕਤਾ ਦੇ ਉੱਪਰ ਵੀ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਇਸ ਦੇ ਨਾਲ ਟਰੈਵਲ ਅਤੇ ਟਰਾਂਸਪੋਰਟੇਸ਼ਨ ਸਰਵਿਸਿਜ਼ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋਈਆਂ ਨੇ। ਸਟੈਟਿਸਟਿਕਸ ਕੈਨੇਡਾ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ 2019 ਦੇ ਮੁਕਾਬਲੇ 2020 ਦੇ ਵਿੱਚ ਟ੍ਰੇਡ ਇਨ ਗੁੱਡਸ ਦੇ ਉੱਪਰ ਕਾਫੀ ਅਸਰ ਪਿਆ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਓਟਵਾ ਵੱਲੋਂ ਸੋਮਵਾਰ ਨੂੰ ਇਸ ਦੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਕਿ ਕਿਵੇਂ ਫੁੱਲੀ ਵੈਕਸੀਨੇਟਡ ਕੈਨੇਡੀਅਨਸ ਨੂੰ ਕਰੋਨਾ ਪਾਬੰਦੀਆਂ ਦੇ ਵਿੱਚ ਰਾਹਤ ਦਿੱਤੀ ਜਾਵੇਗੀ, ਜਿਸ ਦਾ ਮਤਲਬ ਹੈ ਕਿ ਉਹਨਾਂ ਵੱਲੋਂ ਸਪਸ਼ਟ ਯੋਜਨਾ ਦਾ ਐਲਾਨ ਕੀਤਾ ਜਾਵੇਗਾ। ਕੈਨੇਡਾ ਦੇ ਕੁਝ ਸਕੂਲਾਂ ਦੇ ਵਿੱਚ ਵਿਦਿਆਰਥੀਆਂ ਨੂੰ ਕਿਸਾਨੀ ਸੰਘਰਸ਼ ਦੇ ਬਾਰੇ ਵਿੱਚ ਪੜਾਇਆ ਜਾ ਰਿਹਾ ਹੈ। ਭਾਰਤੀ ਕੌਂਸਲੇਟ ਵੱਲੋਂ ਇਸ ਦੇ ਉੱਪਰ ਇਤਰਾਜ਼ ਜਤਾਇਆ ਗਿਆ। ਉਹਨਾਂ ਵੱਲੋਂ ਇਸ ਸੰਬੰਧੀ ਇੱਕ ਲੈਟਰ ਜਾਣੀ ਕਿ ਪੱਤਰ ਲਿਖਿਆ ਗਿਆ ਹੈ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਸ ਦੇ ਨਾਲ ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ਦੇ ਉੱਪਰ ਅਸਰ ਪੈ ਸਕਦਾ ਹੈ। ਦ ਇੰਡੀਅਨ ਕੌਂਸਲੇਟ ਇਨ ਟੋਰਾਂਟੋ ਵੱਲੋਂ ਗ੍ਰੇਟਰ ਟੋਰਾਂਟੋ ਏਰੀਆ ਦੇ ਸਕੂਲਾਂ ਦੇ ਵਿੱਚ ਕਿਸਾਨੀ ਸੰਘਰਸ਼ ਬਾਰੇ ਪੜਾਉਣ ਦੇ ਉੱਪਰ ਇਤਰਾਜ਼ ਜਤਾਇਆ ਗਿਆ ਹੈ। ਉਹਨਾਂ ਵੱਲੋਂ ਇਸ ਸੰਬੰਧੀ ਇੱਕ ਪੱਤਰ ਲਿਖਿਆ ਗਿਆ, ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਇਸ ਦੇ ਨਾਲ ਭਾਰਤ ਅਤੇ ਕੈਨੇਡਾ ਦੇ ਆਪਸੀ ਰਿਸ਼ਤੇ ਖਰਾਬ ਹੋਣਗੇ। ਭਾਰਤੀ ਕੌਂਸਲੇਟ ਵੱਲੋਂ ਚਿੱਠੀ ਜ਼ਰੀਏ ਇਹ ਕਿਹਾ ਗਿਆ ਹੈ ਕਿ ਪੀਲ, ਟੋਰਾਂਟੋ ਅਤੇ ਯਾਰਕ ਖੇਤਰਾਂ ਦੇ ਹਾਈ ਸਕੂਲਾਂ ਦੇ ਵਿੱਚ ਜੋ ਕਿਸਾਨੀ ਸੰਘਰਸ਼ ਬਾਰੇ ਜਾਣਕਾਰੀ ਬੱਚਿਆਂ ਦੇ ਨਾਲ ਸਾਂਝੀ ਕੀਤੀ ਜਾ ਰਹੀ ਹੈ, ਇਸ ਦਾ ਅਸਰ ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ਦੇ ਉੱਪਰ ਪੈ ਸਕਦਾ ਹੈ। ਕਾਂਸਟੇਬਲ ਆਫਿਸ ਨੇ ਓਨਟਾਰੀਓ ਦੇ ਆਫਿਸ ਆਫ ਇੰਟਰਨੈਸ਼ਨਲ ਰਿਲੇਸ਼ਨ ਐਂਡ ਪ੍ਰੋਟੋਕਾਲ ਆਫਿਸ ਨੂੰ ਕਿਹਾ ਹੈ ਕਿ ਇਹਨਾਂ ਗਤੀਵਿਧੀਆਂ ਦੀ ਜਾਂਚ ਕੀਤੀ ਜਾਵੇ। ਇਸ ਦੇ ਉੱਪਰ ਪੀਲ ਸਕੂਲ ਬੋਰਡ ਵੱਲੋਂ ਵੀ ਆਪਣੀ ਜਾਣਕਾਰੀ ਜਾਣੀ ਵਿਚਾਰ ਸਾਂਝੇ ਕੀਤੇ ਗਏ ਨੇ। ਉਹਨਾਂ ਕਿਹਾ ਹੈ ਕਿ ਸਕੂਲਾਂ ਦੇ ਵਿੱਚ ਅਧਿਆਪਕਾਂ ਨੂੰ ਆਪਣੇ ਵਿਦਿਆਰਥੀਆਂ ਦੇ ਨਾਲ ਵੱਖ-ਵੱਖ ਵਿਸ਼ਿਆਂ ਦੇ ਉੱਪਰ ਵਿਚਾਰ ਨਾ ਕਰਨ ਦੇ ਲਈ ਉਹਨਾਂ ਵੱਲੋਂ ਨਹੀਂ ਕਿਹਾ ਜਾਏਗਾ। ਦੂਜੇ ਪਾਸੇ ਭਾਰਤੀ ਮੂਲ ਦੇ ਕੁਝ ਮਾਪਿਆਂ ਵੱਲੋਂ ਭਾਰਤੀ ਕੌਂਸਲੇਟ ਦਫ਼ਤਰ ਦੇ ਨਾਲ ਸੰਪਰਕ ਕੀਤਾ ਗਿਆ ਹੈ। ਉਹਨਾਂ ਵੱਲੋਂ ਇਸ ਮਾਮਲੇ ਸੰਬੰਧੀ ਕੌਂਸਲੇਟ ਦਫ਼ਤਰ ਦੇ ਨਾਲ ਗੱਲ ਕੀਤੀ ਗਈ ਹੈ। ਕੈਨੇਡਾ ਵੱਲੋਂ ਵੈਕਸੀਨੇਸ਼ਨ ਦੇ ਨਾਲ ਸੰਬੰਧਿਤ ਆਪਣਾ ਟੀਚਾ ਪੂਰਾ ਕਰ ਲਿਆ ਗਿਆ ਹੈ। 75% ਦੀ ਆਬਾਦੀ ਨੂੰ ਕੋਵਿਡ-19 ਵੈਕਸੀਨ ਦੀ ਇੱਕ ਡੋਜ਼ ਅਤੇ 20% ਨੂੰ ਦੋਨੋਂ ਡੋਜ਼ ਲੱਗ ਚੁੱਕੀਆਂ ਨੇ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪਹਿਲਾਂ ਹੀ ਇਹ ਜਾਣਕਾਰੀ ਸਾਂਝੀ ਕੀਤੀ ਜਾ ਚੁੱਕੀ ਹੈ ਕਿ ਜਦੋਂ ਕੈਨੇਡਾ ਦੇ ਵਿੱਚ 75% ਦੀ ਆਬਾਦੀ ਨੂੰ ਕੋਵਿਡ ਦੀ ਪਹਿਲੀ ਡੋਜ਼ ਅਤੇ 20% ਨੂੰ ਦੋਨੋਂ ਡੋਜ਼ ਲੱਗ ਜਾਣਗੀਆਂ ਤਾਂ ਯਾਤਰਾ ਪਾਬੰਦੀਆਂ ਦੇ ਵਿੱਚ ਢਿੱਲ ਦਿੱਤੀ ਜਾ ਸਕਦੀ ਹੈ। ਕੈਨੇਡਾ ਵੱਲੋਂ ਵੈਕਸੀਨੇਸ਼ਨ ਦੇ ਨਾਲ ਸੰਬੰਧਿਤ ਜੋ ਟਾਰਗੇਟ ਤੈਅ ਕੀਤਾ ਗਿਆ ਸੀ ਉਸ ਟੀਚੇ ਨੂੰ ਪੂਰਾ ਕਰ ਲਿਆ ਗਿਆ ਹੈ। ਕੈਨੇਡਾ ਦੇ ਵਿੱਚ 75% ਦੀ ਆਬਾਦੀ ਨੂੰ ਇੱਕ ਡੋਜ਼ ਅਤੇ 12% ਦੀ ਆਬਾਦੀ ਨੂੰ ਦੋਨੋਂ ਡੋਜ਼ ਲੱਗ ਚੁੱਕੇ ਨੇ। ਕੈਨੇਡਾ ਦੇ ਵਿੱਚ ਇਸ ਸਮੇਂ 75% ਦੀ ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦਾ ਇੱਕ ਡੋਜ਼ ਅਤੇ 20% ਦੀ ਆਬਾਦੀ ਤੋਂ ਵੱਧ ਨੇ ਕੋਵਿਡ-19 ਵੈਕਸੀਨ ਦੇ 2 ਡੋਜ਼ ਲਗਵਾ ਲਏ ਹਨ। ਇਹ ਜਾਣਕਾਰੀ ਵੈਕਸੀਨ ਟਰੈਕਰ ਕੈਨੇਡਾ ਵੱਲੋਂ ਸਾਂਝੀ ਕੀਤੀ ਗਈ ਹੈ। ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਵੱਲੋਂ ਕਿਹਾ ਗਿਆ ਸੀ ਕਿ ਜੇਕਰ 75% ਦੀ ਆਬਾਦੀ ਨੂੰ ਇੱਕ ਡੋਜ਼ ਅਤੇ 20% ਨੂੰ ਦੋਨੋਂ ਡੋਜ਼ ਲੱਗ ਜਾਣਗੇ ਤਾਂ ਫਿਰ ਜੋ ਕੈਨੇਡਾ ਦੇ ਵਿੱਚ ਕੋਵਿਡ ਕਾਰਨ ਯਾਤਰਾ ਸੰਬੰਧੀ ਪਾਬੰਦੀਆਂ ਲਗਾਈਆਂ ਗਈਆਂ ਉਹਨਾਂ ਦੇ ਵਿੱਚ ਢਿੱਲ ਦਿੱਤੀ ਜਾਵੇਗੀ। ਕੈਨੇਡਾ ਦੀ ਚੀਫ ਪਬਲਿਕ ਹੈਲਥ ਆਫੀਸਰ ਡਾਕਟਰ ਥੈਰੇਸਾ ਟੇਮ ਵੱਲੋਂ ਵੀ ਇਸ ਦੇ ਉੱਪਰ ਆਪਣੇ ਵਿਚਾਰਾਂ ਦੀ ਸਾਂਝ ਪਾਈ ਗਈ ਹੈ। ਪਬਲਿਕ ਹੈਲਥ ਏਜੰਸੀ ਕੈਨੇਡਾ ਦਾ ਕਹਿਣਾ ਹੈ ਕਿ ਹੁਣ ਕੈਨੇਡੀਅਨਸ ਕਾਲਜ ਕਲਾਸਰੂਮ ਦੇ ਵਿੱਚ ਵਾਪਸ ਜਾ ਸਕਣਗੇ, ਇੰਡੋਰ ਸਪੋਰਟਸ ਖੇਡ ਸਕਣਗੇ ਅਤੇ ਫੈਮਿਲੀ ਗੈਦਰਿੰਗਸ ਕਰਵਾ ਸਕਣਗੇ। ਪ੍ਰੈਸ ਕਾਨਫਰੰਸ ਦੇ ਦੌਰਾਨ ਡਾਕਟਰ ਟੀਮ ਵੱਲੋਂ ਡੈਲਟਾ ਵੇਰੀਐਂਟ ਦਾ ਵੀ ਜ਼ਿਕਰ ਕੀਤਾ ਗਿਆ, ਜਿੱਥੇ ਉਹਨਾਂ ਦੱਸਿਆ ਹੈ ਕਿ ਇਹ ਇੱਕ ਡੋਮੀਨੇਟਿੰਗ ਵੇਰੀਐਂਟ ਬਣਦਾ ਜਾ ਰਿਹਾ ਹੈ। ਉਹਨਾਂ ਵੱਲੋਂ ਡੈਲਟਾ ਵੇਰੀਐਂਟ ਦੇ ਸੰਬੰਧੀ ਆਪਣੀ ਚਿੰਤਾ ਦਾ ਵੀ ਪ੍ਰਗਟਾਵਾ ਕੀਤਾ ਗਿਆ। ਡਾਕਟਰ ਟੀਮ ਦਾ ਕਹਿਣਾ ਹੈ ਕਿ ਇਸ ਵੇਰੀਐਂਟ ਦੇ ਖਿਲਾਫ ਕੋਵਿਡ ਦੀ ਇੱਕ ਡੋਜ਼ ਉਨੀ ਅਸਰਦਾਰ ਨਹੀਂ ਹੈ ਜਿੰਨੀ ਇਸ ਵੇਰੀਐਂਟ ਦੇ ਖਿਲਾਫ 2 ਡੋਜ਼ ਅਸਰਦਾਰ ਹਨ। ਤੁਹਾਡੇ ਕੋਲ ਲੋਟੋ ਮੈਕਸ ਲਾਟਰੀ ਜਿੱਤਣ ਦਾ ਇੱਕ ਸੁਨਹਿਰੀ ਮੌਕਾ ਹੈ, ਕਿਉਂਕਿ ਲਗਾਤਾਰ ਅਜਿਹਾ ਕਈ ਹਫ਼ਤਿਆਂ ਦੇ ਵਿੱਚ ਦੇਖਿਆ ਗਿਆ ਹੈ ਕਿ ਜਦੋਂ ਕੋਈ ਵੀ ਇਨਾਮ ਨਹੀਂ ਨਿਕਲਿਆ, ਜਿਸ ਦਾ ਮਤਲਬ ਹੈ ਕਿ ਕਿਸੇ ਦਾ ਜੈਕਪਾਟ ਨਹੀਂ ਨਿਕਲਿਆ। ਇਸ ਵਾਰ ਦਾ ਜੋ ਡਰਾਅ ਕੱਢਿਆ ਗਿਆ ਉਸ ਦੇ ਵਿੱਚ ਵੀ ਕਿਸੇ ਦਾ ਕੋਈ ਇਨਾਮ ਨਹੀਂ ਨਿਕਲਿਆ ਹੈ। $70 ਮਿਲੀਅਨ ਦੀ ਲੋਟੋ ਮੈਕਸ ਜੈਕਪਾਟ ਜਿੱਤਣ ਦਾ ਤੁਹਾਡੇ ਕੋਲ ਅਜੇ ਵੀ ਮੌਕਾ ਹੈ, ਕਿਉਂਕਿ ਸ਼ੁੱਕਰਵਾਰ ਦੇ ਡਰਾਅ ਦੇ ਤਹਿਤ ਕੋਈ ਵੀ ਵਿਨਿੰਗ ਟਿਕਟ ਸੋਲਡ ਨਹੀਂ ਹੋਈ। ਜੀ ਹਾਂ, ਸ਼ੁੱਕਰਵਾਰ ਰਾਤ ਦੇ ਲੋਟੋ ਮੈਕਸ ਡਰਾਅ ਦੇ ਤਹਿਤ ਕੋਈ ਵੀ ਵਿਨਿੰਗ ਟਿਕਟ ਨਹੀਂ ਵੇਚੀ ਗਈ। ਕਈ ਹਫ਼ਤਿਆਂ ਤੋਂ ਅਜਿਹਾ ਹੋਇਆ ਹੈ ਜਿੱਥੇ ਕਿਸੇ ਦਾ ਵੀ ਜੈਕਪਾਟ ਅਜੇ ਨਹੀਂ ਨਿਕਲਿਆ। ਇਸ ਡਰਾਅ ਦੇ ਤਹਿਤ 70 ਮੈਕਸ ਮਿਲੀਅਨ ਪ੍ਰਾਈਜ਼ ਜਿਹੜੇ ਕਿ $1 ਮਿਲੀਅਨ ਈਚ ਦੇ ਹਨ ਉਹ ਆਫਰ ਕੀਤੇ ਜਾ ਰਹੇ ਨੇ। 33 ਡਰਾਅ ਜਿੱਤੇ ਜਾ ਚੁੱਕੇ ਨੇ। ਇਹ 41 ਵਿਨਿੰਗ ਟਿਕਟ ਹੋਲਡਰ ਜਿਹੜੇ ਕਿ ਓਨਟਾਰੀਓ, ਕਿਬੈਕ, ਬ੍ਰਿਟਿਸ਼ ਕੋਲੰਬੀਆ ਅਤੇ ਪੈਰੀ ਵੱਲੋਂ ਸ਼ੇਅਰ ਕੀਤੇ ਜਾਣਗੇ। ਹੁਣ ਅਗਲਾ ਲੋਟੋ ਮੈਕਸ ਡਰਾਅ ਦਾ ਜੈਕਪਾਟ ਜੂਨ 22 ਨੂੰ ਐਲਾਨ ਕੀਤਾ ਜਾ ਰਿਹਾ ਹੈ। ਇਸ ਦਾ ਮਤਲਬ ਹੈ ਕਿ ਇੱਕ ਵਾਰ ਫਿਰ ਤੋਂ ਮੌਕਾ ਹੋਵੇਗਾ ਕਿ 70 ਮੈਕਸ ਮਿਲੀਅਨ ਪ੍ਰਾਈਜ਼ਸ ਜਿੱਤੇ ਜਾਣ। ਸਮੁੰਦਰ ਦੇ ਕਿਨਾਰੇ ਵੱਡੀ ਗਿਣਤੀ ਦੇ ਵਿੱਚ ਮਾਸਕ ਦਾ ਕਚਰਾ ਇਕੱਠਾ ਹੋਇਆ। ਮਾਹਰਾਂ ਵੱਲੋਂ ਇਸ ਸੰਬੰਧੀ ਚੇਤਾਵਨੀ ਜਾਰੀ ਕੀਤੀ ਗਈ ਹੈ। ਇੱਕ ਰਿਪੋਰਟ ਸਾਹਮਣੇ ਆਈ ਹੈ ਜਿਸ ਦੇ ਵਿੱਚ ਪਤਾ ਚੱਲਿਆ ਕਿ ਪਹਿਲਾਂ ਦੇ ਮੁਕਾਬਲੇ ਜੋ ਪਲਾਸਟਿਕ ਪੋਲਿਊਸ਼ਨ ਹੈ ਉਸ ਦੇ ਵਿੱਚ ਕਾਫੀ ਜ਼ਿਆਦਾ ਵਾਧਾ ਹੋਇਆ ਹੈ। ਉਸ ਤੋਂ ਬਾਅਦ ਮਾਹਰਾਂ ਦਾ ਕਹਿਣਾ ਹੈ ਕਿ ਅਸੀਂ ਮਾਸਕ ਪਾਉਣੇ ਤਾਂ ਨਹੀਂ ਬੰਦ ਕਰ ਸਕਦੇ, ਪਰ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਕਿਸ ਤਰ੍ਹਾਂ ਦੇ ਮਾਸਕ ਪਹਿਨਦੇ ਹਾਂ। ਜੇਕਰ ਅਸੀਂ ਜਿਹੜੇ ਬਾਰ-ਬਾਰ ਵਰਤੋਂ ਦੇ ਵਿੱਚ ਲਿਆਂਦੇ ਜਾ ਸਕਦੇ ਨੇ, ਜਾਣੀ ਕਿ ਰੀਯੂਜ਼ੇਬਲ ਮਾਸਕ, ਉਹਨਾਂ ਦੀ ਵਰਤੋਂ ਕਰੀਏ ਤਾਂ ਉਹ ਵਾਤਾਵਰਣ ਦੇ ਲਈ ਵੀ ਚੰਗਾ ਹੋਏਗਾ। ਹਰ ਸਾਲ 8 ਮਿਲੀਅਨ ਟਨ ਦੇ ਕਰੀਬ ਸਮੁੰਦਰਾਂ ਦੇ ਵਿੱਚ ਪਲਾਸਟਿਕ ਪੋਲਿਊਸ਼ਨ ਇਕੱਠਾ ਹੁੰਦਾ ਹੈ, ਪਰ 27 ਸਾਲਾਂ ਦੇ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਕੈਨੇਡਾ ਦੇ ਵਿੱਚ ਮਾਸਕ ਅਤੇ ਪਰਸਨਲ ਪ੍ਰੋਟੈਕਟਿਵ ਇਕਵਿਪਮੈਂਟ ਦਾ ਕਲਟਰ ਦੇਖਣ ਨੂੰ ਮਿਲ ਰਿਹਾ ਹੈ। ਗ੍ਰੇਟ ਕੈਨੇਡੀਅਨ ਸ਼ੋਰਲਾਈਨ ਕਲੀਨਅਪ ਐਨੂਅਲ ਡਰਟ ਡੋਜ਼ਨ 2020 ਦੀ ਰਿਪੋਰਟ ਤੋਂ ਇਹ ਖੁਲਾਸਾ ਹੋਇਆ ਹੈ ਕਿ 15,000 ਵੋਲੰਟੀਅਰ ਵੱਲੋਂ 41,000 ਕਿਲੋਗ੍ਰਾਮ ਦਾ ਲਿਟਰ ਕੈਨੇਡੀਅਨ ਕੋਸਟਲਾਈਨ ਤੋਂ ਹਟਾਇਆ ਗਿਆ। ਇਹ ਵੇਸਟ ਕੋਵਿਡ-19 ਦੀਆਂ ਸਪਲਾਈਜ਼ ਦੇ ਨਾਲ ਜੁੜਿਆ ਹੋਇਆ ਹੈ। ਪਲਾਸਟਿਕ ਫ੍ਰੀ ਓਸ਼ਨ ਦੀ ਲੀਡਰ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿੱਥੇ ਉਹਨਾਂ ਦੱਸਿਆ ਕਿ ਅਸੀਂ ਅਜਿਹਾ ਪਹਿਲੀ ਵਾਰ ਦੇਖਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਮਾਸਕ ਦੀ ਵਰਤੋਂ ਕਰਦੇ ਨੇ ਉਹਨਾਂ ਨੂੰ ਇਹ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਉਹ ਆਪਣੇ ਮਾਸਕ ਨੂੰ ਕਿਵੇਂ ਡਿਸਪੋਜ਼ ਕਰਦੇ ਨੇ। ਉਹਨਾਂ ਦੱਸਿਆ ਕਿ ਡਿਸਪੋਜ਼ੇਬਲ ਮਾਸਕ ਨੈਚੁਰਲ ਪੇਪਰ ਦੇ ਬਣੇ ਅਤੇ ਕੱਪੜੇ ਦੇ ਬਣੇ ਹੁੰਦੇ ਨੇ। ਇਸ ਨੂੰ ਪੋਲੀਮਰਸ ਦੇ ਨਾਲ ਤਿਆਰ ਕੀਤਾ ਜਾਂਦਾ ਹੈ, ਜਿਸ ਨੂੰ ਡੀਕੰਪੋਜ਼ ਹੋਣ ਦੇ ਵਾਸਤੇ ਕਾਫੀ ਜ਼ਿਆਦਾ ਸਮਾਂ ਲੱਗਦਾ ਹੈ। ਇਸ ਦੇ ਵਾਸਤੇ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਤੁਸੀਂ ਕਿਹੜਾ ਮਾਸਕ ਵਰਤ ਰਹੇ ਹੋ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਰੀਯੂਜ਼ੇਬਲ ਮਾਸਕ ਵਰਤੇ ਜਾਣਗੇ ਤਾਂ ਉਹ এনवायरमेंट ਜਾਣੀ ਕਿ ਵਾਤਾਵਰਣ ਦੇ ਲਈ ਵੀ ਚੰਗੇ ਹੋਣਗੇ। 2020 ਦੇ ਦੌਰਾਨ ਦੇਖਿਆ ਗਿਆ ਕਿ ਕੈਨੇਡੀਅਨ ਕੋਸਟਲਾਈਨ ਤੇ ਸਿੰਗਲ ਯੂਜ਼ ਫੂਡ ਪੈਕੇਜਿੰਗ ਲਿਟਰ ਦੁੱਗਣਾ ਹੋ ਗਿਆ। ਗ੍ਰੇਟ ਕੈਨੇਡੀਅਨ ਸ਼ੋਰਲਾਈਨ ਕਲੀਨਅਪ ਰਿਪੋਰਟ ਦੇ ਮੁਤਾਬਕ 2019 ਦੇ ਵਿੱਚ ਇਸ ਦੀ ਗਿਣਤੀ 15.3% ਸੀ, ਜੋ ਕਿ 2020 ਦੇ ਵਿੱਚ 26.6% ਦੇ ਉੱਪਰ ਪਹੁੰਚ ਗਈ।
ਅਮਰੀਕਾ ਵੱਲੋਂ ਕੋਵਿਡ-19 ਵੈਕਸੀਨ ਦੇ ਨਾਲ ਸੰਬੰਧਿਤ ਜੋ ਟਾਰਗੇਟ ਤੈਅ ਕੀਤਾ ਗਿਆ ਸੀ ਉਸ ਨੂੰ ਪੂਰਾ ਕਰ ਲਿਆ ਗਿਆ ਹੈ। ਅਮਰੀਕਾ ਦੇ ਵਿੱਚ 300 ਮਿਲੀਅਨ ਡੋਜ਼ ਲਗਾਏ ਜਾ ਚੁੱਕੇ ਨੇ। ਰਾਸ਼ਟਰਪਤੀ ਜੋ ਬਾਈਡਨ ਵੱਲੋਂ ਇਸ ਦੇ ਲਈ तमाम ਅਮਰੀਕਨਸ ਦਾ ਧੰਨਵਾਦ ਕੀਤਾ ਗਿਆ। ਅਮਰੀਕਾ ਵੱਲੋਂ ਜੋ ਵੈਕਸੀਨ ਦੇ ਨਾਲ ਸੰਬੰਧਿਤ ਟਾਰਗੇਟ ਤੈਅ ਕੀਤਾ ਗਿਆ ਸੀ ਉਸ ਨੂੰ ਪੂਰਾ ਕਰ ਲਿਆ ਗਿਆ ਹੈ। ਅਮਰੀਕਾ ਵੱਲੋਂ 150 ਦਿਨਾਂ ਦੇ ਵਿੱਚ 300 ਮਿਲੀਅਨ ਕੋਵਿਡ-19 ਵੈਕਸੀਨ ਸ਼ਾਟ ਲਗਾਏ ਗਏ। ਇਸ ਵਾਸਤੇ ਰਾਸ਼ਟਰਪਤੀ ਜੋ ਬਾਈਡਨ ਨੇ ਅਮਰੀਕਾ ਵਾਸੀਆਂ ਦਾ ਧੰਨਵਾਦ ਕੀਤਾ। ਇਹ ਟੀਚਾ ਪੂਰਾ ਹੋਣ ਤੋਂ ਬਾਅਦ ਇਸ ਦਾ ਸਿਹਰਾ ਬਾਈਡਨ ਵੱਲੋਂ ਸਾਇੰਟਿਸਟ, ਕੰਪਨੀ ਅਤੇ ਅਮਰੀਕਾ ਵਾਸੀਆਂ ਨੂੰ ਦਿੱਤਾ ਗਿਆ। ਬਾਈਡਨ ਦਾ ਕਹਿਣਾ ਹੈ ਕਿ ਜ਼ਿਆਦਾ ਵੈਕਸੀਨੇਸ਼ਨ ਲੱਗਣ ਦੇ ਨਾਲ ਜਿਹੜੇ ਅਮਰੀਕਾ ਵਾਸੀ ਨੇ ਜਲਦ ਹੀ ਆਮ ਨਾਰਮਲ ਜ਼ਿੰਦਗੀ ਜੀ ਸਕਦੇ ਨੇ। ਬਿਜ਼ਨਸ ਜਾਣੀ ਕਿ ਕਾਰੋਬਾਰਾਂ ਨੂੰ ਉਸੇ ਤਰ੍ਹਾਂ ਖੋਲ੍ਹਿਆ ਜਾ ਸਕਦਾ ਹੈ ਜਿਸ ਤਰ੍ਹਾਂ ਕਰੋਨਾ ਵਾਇਰਸ ਤੋਂ ਪਹਿਲਾਂ ਕਾਰੋਬਾਰ ਖੋਲ੍ਹੇ ਜਾਂਦੇ ਸਨ। ਜੋ ਬਾਈਡਨ ਵੱਲੋਂ ਇਹ ਟਾਰਗੇਟ ਤੈਅ ਕੀਤਾ ਗਿਆ ਸੀ ਕਿ ਜੁਲਾਈ ਮਹੀਨੇ ਤੋਂ ਪਹਿਲਾਂ 70% ਅਮਰੀਕਨ ਅਡਲਟਸ ਨੂੰ ਕੋਵਿਡ-19 ਵੈਕਸੀਨ ਦੀ ਇੱਕ ਡੋਜ਼ ਲਗਾਈ ਜਾਵੇ। ਕੁੱਲ ਮਿਲਾ ਕੇ 168 ਮਿਲੀਅਨ ਅਮਰੀਕਨ ਅਡਲਟਸ ਜਾਣੀ ਕਿ 65.1% ਦੀ ਯੂਐਸ ਪੋਪੂਲੇਸ਼ਨ ਨੂੰ ਜਿਨ੍ਹਾਂ ਦੀ ਉਮਰ 18 ਸਾਲ ਅਤੇ ਇਸ ਤੋਂ ਵੱਧ ਹੈ ਇੱਕ ਡੋਜ਼ ਲੱਗ ਚੁੱਕੀ ਹੈ। ਇਸ ਦੀ ਜਾਣਕਾਰੀ ਸੈਂਟਰਸ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਵੱਲੋਂ ਸਾਂਝੀ ਕੀਤੀ ਗਈ। ਜੋ ਬਾਈਡਨ ਚਾਹੁੰਦੇ ਹਨ ਕਿ ਇੰਡੀਪੈਂਡੈਂਸ ਡੇ ਨੂੰ ਸਮਰ ਆਫ ਫਰੀडम ਦੇ ਤੌਰ ਦੇ ਉੱਪਰ ਮਨਾਇਆ ਜਾਵੇ। ਪ੍ਰਿੰਸ ਐਡਵਰਡ ਆਈਲੈਂਡ ਵੱਲੋਂ ਜੋ ਆਪਣਾ ਨਵਾਂ ਡਰਾਅ ਕੱਢਿਆ ਗਿਆ ਉਸ ਦੇ ਤਹਿਤ 113 ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ। ਇਸ ਡਰਾਅ ਦਾ ਐਲਾਨ ਜੂਨ 17 ਨੂੰ ਕੀਤਾ ਗਿਆ। ਹੁਣ ਤੱਕ ਪ੍ਰਿੰਸ ਐਡਵਰਡ ਆਈਲੈਂਡ ਵੱਲੋਂ 6 ਡਰਾਅ ਕੱਢੇ ਜਾ ਚੁੱਕੇ ਨੇ ਜਿਸ ਦੇ ਵਿੱਚ 905 ਦੇ ਕਰੀਬ ਉਮੀਦਵਾਰਾਂ ਨੂੰ ਇਨਵੀਟੇਸ਼ਨ ਦਿੱਤੇ ਜਾ ਚੁੱਕੇ ਨੇ। ਪ੍ਰਿੰਸ ਐਡਵਰਡ ਆਈਲੈਂਡ ਵੱਲੋਂ ਆਪਣੇ ਨਵੇਂ ਪੀਐਨਪੀ ਡਰਾਅ ਦਾ ਐਲਾਨ ਕੀਤਾ ਗਿਆ। ਇਸ ਡਰਾਅ ਦੇ ਵਿੱਚ 113 ਇਮੀਗ੍ਰੇਸ਼ਨ ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ। ਪ੍ਰਿੰਸ ਐਡਵਰਡ ਆਈਲੈਂਡ ਵੱਲੋਂ ਜੋ ਡਰਾਅ ਜੂਨ 17 ਨੂੰ ਕੱਢਿਆ ਗਿਆ ਸੀ, ਸਰਕਾਰ ਵੱਲੋਂ ਉਸ ਦੇ ਰਿਜ਼ਲਟ ਸਾਂਝੇ ਕੀਤੇ ਗਏ ਨੇ। ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਦੇ ਜ਼ਰੀਏ 313 ਇਮੀਗ੍ਰੇਸ਼ਨ ਕੈਂਡੀਡੇਟਸ ਨੂੰ ਇਨਵੀਟੇਸ਼ਨ ਦਿੱਤੇ ਗਏ। ਇਸ ਵਿੱਚੋਂ ਜ਼ਿਆਦਾਤਰ ਇਨਵੀਟੇਸ਼ਨ ਜਿਹੜੇ ਕਿ 101 ਸਨ ਉਹ ਐਕਸਪ੍ਰੈਸ ਐਂਟਰੀ ਅਤੇ ਲੇਬਰ ਇੰਪੈਕਟ ਕੈਂਡੀਡੇਟਸ ਨੂੰ ਦਿੱਤੇ ਗਏ। ਬਾਕੀ ਰਹਿੰਦੇ 12 ਇਨਵੀਟੇਸ਼ਨ ਬਿਜ਼ਨਸ ਇੰਪੈਕਟ ਕੈਂਡੀਡੇਟਸ ਨੂੰ ਜਾਰੀ ਕੀਤੇ ਗਏ। ਇਸ ਵਾਸਤੇ ਉਹਨਾਂ ਨੂੰ ਘੱਟੋ-ਘੱਟ 60 ਪੁਆਇੰਟਸ ਦੀ ਜ਼ਰੂਰਤ ਸੀ। ਦੱਸ ਦਈਏ ਕਿ ਪ੍ਰੋਵਿੰਸ ਵੱਲੋਂ ਇਸ ਸਾਲ ਦਾ ਇਹ 6ਵਾਂ ਡਰਾਅ ਕੱਢਿਆ ਗਿਆ ਹੈ। ਪ੍ਰਿੰਸ ਐਡਵਰਡ ਆਈਲੈਂਡ ਵੱਲੋਂ ਹੁਣ ਤੱਕ 905 ਕੈਂਡੀਡੇਟਸ ਜਿਹੜੇ ਕਿ 816 ਲੇਬਰ ਇੰਪੈਕਟ ਐਕਸਪ੍ਰੈਸ ਐਂਟਰੀ ਸਟਰੀਮ ਅਤੇ 99 ਬਿਜ਼ਨਸ ਇੰਪੈਕਟ ਸਟਰੀਮ ਚੋਂ ਸਨ, ਉਹਨਾਂ ਨੂੰ ਸੱਦੇ ਜਾਰੀ ਕੀਤੇ ਜਾ ਚੁੱਕੇ ਨੇ। ਕੈਨੇਡਾ ਦੇ ਵੱਖ-ਵੱਖ ਪ੍ਰੋਵਿੰਸਸ ਦੇ ਵਾਂਗ ਪ੍ਰਿੰਸ ਐਡਵਰਡ ਆਈਲੈਂਡ ਦੇ ਵਿੱਚ ਵੀ ਇਮੀਗ੍ਰੇਸ਼ਨ ਦੇ ਉੱਪਰ ਕਰੋਨਾ ਵਾਇਰਸ ਦਾ ਅਸਰ ਪਿਆ ਹੈ। ਕੈਨੇਡਾ ਵੱਲੋਂ ਕਰੋਨਾ ਵਾਇਰਸ ਦੇ ਕਾਰਨ ਜੋ ਯਾਤਰਾ ਸੰਬੰਧੀ ਪਾਬੰਦੀਆਂ ਲਗਾਈਆਂ ਗਈਆਂ ਉਸ ਦੇ ਕਾਰਨ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਕਾਫੀ ਘੱਟ ਰਿਹਾ। ਸਰਕਾਰ ਵੱਲੋਂ ਜੋ ਆਪਣਾ ਇਮੀਗ੍ਰੇਸ਼ਨ ਸੰਬੰਧਿਤ ਟੀਚਾ ਤੈਅ ਕੀਤਾ ਗਿਆ ਹੈ ਉਸ ਨੂੰ ਪੂਰਾ ਕਰਨ ਦੇ ਲਈ ਇਮੀਗ੍ਰੇਸ਼ਨ ਡਿਪਾਰਟਮੈਂਟ ਕਾਫੀ ਜ਼ਿਆਦਾ ਗੰਭੀਰ ਨਜ਼ਰ ਆ ਰਿਹਾ ਹੈ। ਇਸ ਸਾਲ ਦੇ ਵਿੱਚ ਕੈਨੇਡਾ ਵੱਲੋਂ ਪੀਐਨਪੀ ਡਰਾਅ ਦੇ ਜ਼ਰੀਏ 80,800 ਨਵੇਂ ਇਮੀਗ੍ਰੈਂਟਸ ਦਾ ਸਵਾਗਤ ਕੀਤਾ ਜਾਵੇਗਾ। ਕੈਨੇਡਾ ਦੇ ਵਿੱਚ ਕਰੋਨਾ ਵਾਇਰਸ ਦੇ ਮਾਮਲੇ ਘੱਟ ਹੋਏ ਨੇ। ਹਸਪਤਾਲ ਦੇ ਵਿੱਚ ਵੀ ਮਰੀਜ਼ਾਂ ਦੀ ਗਿਣਤੀ ਘੱਟ ਹੋਈ ਹੈ, ਜਿਸ ਤੋਂ ਬਾਅਦ ਵੱਖ-ਵੱਖ ਸੂਬਿਆਂ ਨੇ ਆਪਣੇ ਰੀਓਪਨਿੰਗ ਪਲਾਨ ਸਾਂਝੇ ਕਰ ਦਿੱਤੇ ਨੇ। ਮੌਜੂਦਾ ਸਮੇਂ ਕਿਸ ਸੂਬੇ ਦੇ ਵਿੱਚ ਕਿਹੜੀ ਰਾਹਤ ਦਿੱਤੀ ਗਈ ਹੈ, ਇਸ ਖਬਰ ਦੇ ਵਿੱਚ ਸਾਰੇ ਸੂਬਿਆਂ ਦੇ ਬਾਰੇ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ। ਵੱਖ-ਵੱਖ ਪ੍ਰੋਵਿੰਸਸ ਦੇ ਵੱਲੋਂ ਹੁਣ ਆਪਣੇ ਰੀਓਪਨਿੰਗ ਪਲਾਨ ਸਾਂਝੇ ਕੀਤੇ ਜਾ ਚੁੱਕੇ ਨੇ। ਕਿਸ ਪ੍ਰੋਵਿੰਸ ਦੇ ਵਿੱਚ ਕਿਸ ਪੜਾਅ ਦੇ ਤਹਿਤ ਪਾਬੰਦੀਆਂ ਦੇ ਵਿੱਚ ਢਿੱਲ ਦਿੱਤੀ ਜਾ ਰਹੀ ਹੈ, ਇਸ ਖਬਰ ਦੇ ਵਿੱਚ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ। ਕੈਨੇਡਾ ਦੇ ਵਿੱਚ ਵੈਕਸੀਨੇਸ਼ਨ ਵੱਧ ਹੋਣ ਤੋਂ ਬਾਅਦ ਹੁਣ ਕਰੋਨਾ ਵਾਇਰਸ ਮਾਮਲਿਆਂ ਦੀ ਰਫ਼ਤਾਰ ਵੀ ਘੱਟ ਹੈ ਤੇ ਹਸਪਤਾਲ ਦੇ ਵਿੱਚ ਮਰੀਜ਼ਾਂ ਦੀ ਗਿਣਤੀ ਵੀ ਘੱਟ ਰਹੀ ਹੈ, ਜਿਸ ਤੋਂ ਬਾਅਦ ਵੱਖ-ਵੱਖ ਸੂਬਿਆਂ ਨੇ ਆਪਣੇ ਰੀਓਪਨਿੰਗ ਪਲਾਨ ਸਾਂਝੇ ਕਰ ਦਿੱਤੇ ਨੇ, ਜਿੱਥੇ ਇਹਨਾਂ ਸੂਬਿਆਂ ਦੇ ਵਿੱਚ ਪੜਾਅਵਾਰ ਚੀਜ਼ਾਂ ਦੇ ਵਿੱਚ ਢਿੱਲ ਦਿੱਤੀ ਜਾਵੇਗੀ। ਨਿਊ ਫਾਊਂਡਲੈਂਡ ਐਂਡ ਲੈਬਰਾਡੋਰ ਦੇ ਵਿੱਚ ਇਸ ਸਮੇਂ 26 ਐਕਟਿਵ ਕਰੋਨਾ ਦੇ ਮਾਮਲੇ ਹਨ। ਜੂਨ 23 ਤੋਂ ਇੱਥੇ 3 ਐਟਲਾਂਟਿਕ ਪ੍ਰੋਵਿੰਸਸ ਤੋਂ ਟਰੈਵਲਰਸ ਨੂੰ ਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ। ਇਹਨਾਂ ਆਉਣ ਵਾਲੇ ਯਾਤਰੀਆਂ ਨੂੰ ਸੈਲਫ ਆਈਸੋਲੇਟ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ, ਪਰ ਉਹਨਾਂ ਨੂੰ ਐਂਟਰੀ ਦੇ ਉੱਪਰ ਆਪਣੀ ਆਈਡੈਂਟੀਟੀ ਅਤੇ ਪ੍ਰੂਫ ਦਿਖਾਉਣਾ ਲਾਜ਼ਮੀ ਹੋਵੇਗਾ। ਇਹਨਾਂ ਯਾਤਰੀਆਂ ਨੂੰ ਦੱਸਣਾ ਹੋਵੇਗਾ ਕਿ ਉਹ ਪ੍ਰੋਵਿੰਸ ਦੇ ਵਿੱਚ ਕਿਉਂ ਯਾਤਰਾ ਕਰ ਰਹੇ ਨੇ। ਪਾਬੰਦੀਆਂ ਦੇ ਵਿੱਚ ਰਾਹਤ ਜਾਣੀ ਕਿ ਸੈਲਫ ਆਈਸੋਲੇਸ਼ਨ ਦੇ ਵਿੱਚ ਰਾਹਤ ਉਹਨਾਂ ਨੂੰ ਦਿੱਤੀ ਜਾਵੇਗੀ ਜਿਨ੍ਹਾਂ ਦੀ ਕੋਵਿਡ-19 ਵੈਕਸੀਨ ਦੇ ਦੋਨੋਂ ਡੋਜ਼ ਲੱਗ ਚੁੱਕੇ ਨੇ। ਅਗਸਤ 15 ਤੋਂ ਪ੍ਰੋਵਿੰਸ ਦੇ ਵਿੱਚ ਡਾਂਸ ਫਲੋਰਸ ਖੋਲ੍ਹੇ ਜਾ ਸਕਣਗੇ। ਨੋਵਾ ਸਕੋਸ਼ੀਆ ਦੇ ਵਿੱਚ ਫੇਜ਼ 2 ਦੇ ਤਹਿਤ ਕਰੋਨਾ ਪਾਬੰਦੀਆਂ ਦੇ ਵਿੱਚ ਢਿੱਲ ਦਿੱਤੀ ਜਾ ਰਹੀ ਹੈ। ਇਸ ਦੂਸਰੇ ਫੇਜ਼ ਦੇ ਮੁਤਾਬਕ ਜੋ ਢਿੱਲ ਦਿੱਤੀ ਗਈ ਹੈ ਉਸ ਦੇ ਵਿੱਚ ਇੰਡੋਰ ਡਾਈਨਿੰਗ ਅਤੇ ਰੈਸਟੋਰੈਂਟ ਬਾਰ ਖੋਲ੍ਹੇ ਗਏ ਨੇ। ਰੀਟੇਲ ਸਟੋਰਸ ਅਤੇ ਗੈਦਰਿੰਗ ਨੂੰ 50 ਬੰਦਿਆਂ ਦੀ ਇਜਾਜ਼ਤ ਦਿੱਤੀ ਗਈ ਹੈ। ਪ੍ਰੋਵਿੰਸ ਵੱਲੋਂ ਸਾਰੇ ਪਬਲਿਕ ਅਤੇ ਪ੍ਰਾਈਵੇਟ ਸਕੂਲਾਂ ਨੂੰ ਰੀਓਪਨ ਕਰਨ ਦੀ ਵੀ ਆਗਿਆ ਦੇ ਦਿੱਤੀ ਗਈ ਹੈ।
ਇਨਫਾਰਮਲ ਇੰਡੋਰ ਗੈਦਰਿੰਗ ਦੇ ਵਿੱਚ 10 ਜਣੇ ਸ਼ਾਮਲ ਹੋ ਸਕਦੇ ਨੇ, ਜਦ ਕਿ ਇਨਫਾਰਮਲ ਆਊਟਡੋਰ ਗੈਦਰਿੰਗ ਜਿਸ ਦੇ ਵਿੱਚ ਸੋਸ਼ਲ ਡਿਸਟੈਂਸਿੰਗ ਦੀ ਜ਼ਰੂਰਤ ਨਹੀਂ ਹੋਵੇਗੀ 25 ਬੰਦੇ ਸ਼ਾਮਲ ਹੋ ਸਕਣਗੇ। ਕਿਸੇ ਫੈਸਟੀਵਲ ਅਤੇ ਸਪੈਸ਼ਲ ਇਵੈਂਟ ਦੇ ਵਿੱਚ 25 ਜਣਿਆਂ ਦੀ ਇਜਾਜ਼ਤ ਹੈ। ਇੰਡੋਰ ਦੇ ਵਿੱਚ 50 ਅਤੇ ਆਊਟਡੋਰ ਦੇ ਵਿੱਚ 75 ਦੀ ਇਜਾਜ਼ਤ ਦਿੱਤੀ ਗਈ ਹੈ। ਇੰਡੋਰ ਅਤੇ ਆਊਟਡੋਰ ਰੈਸਟੋਰੈਂਟ ਡਾਈਨਿੰਗ ਦੀ ਇਜਾਜ਼ਤ ਦਿੱਤੀ ਗਈ ਹੈ, ਪਰ ਇਸ ਵਾਸਤੇ ਜ਼ਰੂਰੀ ਹੈ ਕਿ ਟੇਬਲਸ ਦੇ ਵਿੱਚ 2 ਮੀਟਰ ਦੀ ਦੂਰੀ ਬਣਾਈ ਹੋਵੇ। ਇਸ ਦੇ ਨਾਲ ਹੀ ਇੱਕ ਟੇਬਲ ਦੇ ਉੱਪਰ ਵੱਧ ਤੋਂ ਵੱਧ 10 ਜਣਿਆਂ ਨੂੰ ਬੈਠਣ ਦੀ ਆਗਿਆ ਦਿੱਤੀ ਗਈ ਹੈ। ਰੈਸਟੋਰੈਂਟ ਦੇ ਵਿੱਚ ਡਾਈਨਿੰਗ ਦੀ 11 ਵਜੇ ਤੱਕ ਦੀ ਪਰਮਿਸ਼ਨ ਹੈ। ਇਹਨਾਂ ਨੂੰ 12 ਵਜੇ ਬੰਦ ਕੀਤਾ ਜਾਣਾ ਜ਼ਰੂਰੀ ਹੈ। ਹੇਅਰ ਸੈਲੂਨ, ਬਾਰਬਰ ਸ਼ਾਪ, ਸਪਾ ਅਤੇ ਨੇਲ ਸੈਲੂਨਸ ਨੂੰ ਤੇ ਨਾਲ ਹੀ ਬਾਡੀ ਆਰਟ ਐਸਟੈਬਲਿਸ਼ਮੈਂਟਸ ਨੂੰ ਅਪਾਇੰਟਮੈਂਟ ਦੇ ਨਾਲ ਖੋਲ੍ਹਣ ਦੀ ਪਰਮਿਸ਼ਨ ਦਿੱਤੀ ਗਈ ਹੈ। ਨਿਊ ਬਰਨਸਵਿਕ ਦੇ ਵਿੱਚ ਵੀ ਦੂਸਰੇ ਪੜਾਅ ਦੇ ਤਹਿਤ ਕਰੋਨਾ ਪਾਬੰਦੀਆਂ ਦੇ ਵਿੱਚ ਰਾਹਤ ਦਿੱਤੀ ਗਈ ਹੈ। ਨਿਊ ਬਰਨਸਵਿਕ ਵੱਲੋਂ ਨੋਵਾ ਸਕੋਸ਼ੀਆ, ਪ੍ਰਿੰਸ ਐਡਵਰਡ ਆਈਲੈਂਡ ਅਤੇ ਨਿਊ ਫਾਊਂਡਲੈਂਡ ਐਂਡ ਲੈਬਰਾਡੋਰ ਤੋਂ ਯਾਤਰੀਆਂ ਨੂੰ ਆਗਿਆ ਦੇ ਦਿੱਤੀ ਗਈ ਹੈ। ਕੈਨੇਡਾ ਦੇ ਬਾਕੀ ਹਿੱਸਿਆਂ ਤੋਂ ਆਉਣ ਵਾਲੇ ਯਾਤਰੀ ਜਿਨ੍ਹਾਂ ਦੇ ਕੋਵਿਡ-19 ਵੈਕਸੀਨ ਦੀ ਇੱਕ ਡੋਜ਼ ਲੱਗੀ ਹੈ, ਉਹਨਾਂ ਨੂੰ ਆਈਸੋਲੇਟ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ ਤੇ ਜਿਹੜੇ ਯਾਤਰੀਆਂ ਨੂੰ ਕੋਵਿਡ-19 ਵੈਕਸੀਨ ਦੀ ਕੋਈ ਵੀ ਡੋਜ਼ ਨਹੀਂ ਲੱਗੀ, ਉਹਨਾਂ ਨੂੰ ਆਈਸੋਲੇਟ ਵੀ ਕਰਨਾ ਹੋਵੇਗਾ ਤੇ ਨਾਲ ਹੀ ਆਪਣਾ ਨੈਗੇਟਿਵ ਟੈਸਟ ਦਿਖਾਉਣਾ ਜ਼ਰੂਰੀ ਹੋਵੇਗਾ। ਪ੍ਰਿੰਸ ਐਡਵਰਡ ਆਈਲੈਂਡ ਦੇ ਵਿੱਚ ਪਰਸਨਲ ਗੈਦਰਿੰਗ ਦੇ ਵਿੱਚ 20 ਜਾਣੇ ਸ਼ਾਮਿਲ ਹੋ ਸਕਦੇ ਨੇ, ਜੋ ਕਿ ਇੰਡੋਰ ਅਤੇ ਆਊਟਡੋਰ ਦੋਹਾਂ ਵਾਸਤੇ ਹੈ। ਰੈਸਟੋਰੈਂਟ ਦੇ ਵਿੱਚ 20 ਟੇਬਲ ਦੀ ਇਜਾਜ਼ਤ ਦਿੱਤੀ ਗਈ ਹੈ। ਖਾਸ ਓਕੇਜ਼ਨ ਜਿਵੇਂ ਕਿ ਬੈਕਯਾਰਡ ਵੈਡਿੰਗ, ਐਨੀਵਰਸਰੀ ਪਾਰਟੀ, ਇਸ ਦੇ ਵਿੱਚ 50 ਜਾਣੇ ਸ਼ਾਮਿਲ ਹੋ ਸਕਦੇ ਨੇ। ਕਿਊਬੈਕ ਦੇ ਵਿੱਚ ਜੂਨ ਮਹੀਨੇ ਦੀ ਸ਼ੁਰੂਆਤ ਤੋਂ ਜਿਮ ਅਤੇ ਰੈਸਟੋਰੈਂਟ ਡਾਈਨਿੰਗ ਦੀ ਇਜਾਜ਼ਤ ਦਿੱਤੀ ਗਈ ਹੈ। ਮਈ 28 ਨੂੰ ਪ੍ਰੋਵਿੰਸ ਵੱਲੋਂ ਰਾਤ ਦਾ ਕਰਫਿਊ ਖਤਮ ਕਰ ਦਿੱਤਾ ਗਿਆ ਅਤੇ ਲਿਮਿਟਡ ਆਊਟਡੋਰ ਗੈਦਰਿੰਗ ਦੇ ਵਿੱਚ ਇਜਾਜ਼ਤ ਦਿੱਤੀ ਗਈ ਹੈ, ਜੋ ਕਿ ਪ੍ਰਾਈਵੇਟ ਪ੍ਰਾਪਰਟੀ ਦੇ ਵਿੱਚ ਕੀਤੀ ਜਾ ਸਕਦੀ ਹੈ। ਨਾਲ ਹੀ ਪ੍ਰੋਵਿੰਸ ਦੇ ਵੱਲੋਂ ਰੀਜਨਸ ਦੇ ਦਰਮਿਆਨ ਟਰੈਵਲ ਬੈਨ ਨੂੰ ਵੀ ਹਟਾ ਦਿੱਤਾ ਹੈ। ਕਿਊਬੈਕ ਵੱਲੋਂ ਸਪੋਰਟਿੰਗ ਇਵੈਂਟਸ ਅਤੇ ਫੈਸਟੀਵਲ ਦੇ ਵਿੱਚ ਵੀ ਸ਼ਾਮਿਲ ਹੋਣ ਵਾਲਿਆਂ ਦੀ ਗਿਣਤੀ ਵਧਾ ਦਿੱਤੀ ਗਈ ਹੈ। ਓਨਟਾਰੀਓ ਦੇ ਵਿੱਚ ਪਹਿਲੇ ਪੜਾਅ ਦੀ ਸ਼ੁਰੂਆਤ ਜੂਨ 11 ਤੋਂ ਹੋਈ, ਜਿੱਥੇ ਲਿਮਿਟਡ ਗੈਦਰਿੰਗ ਦੇ ਨਾਲ ਜਿਸ ਦੇ ਵਿੱਚ 10 ਜਾਣੇ ਸ਼ਾਮਿਲ ਹੋ ਸਕਦੇ ਨੇ, ਆਊਟਡੋਰ ਡਾਈਨਿੰਗ, ਇਨ-ਸਟੋਰ ਰੀਟੇਲ, ਕੈਂਪਿੰਗ, ਆਊਟਡੋਰ ਰਿਲੀਜੀਅਸ ਸਰਵਿਸਿਜ਼ ਅਤੇ ਆਊਟਡੋਰ ਗੈਦਰਿੰਗ ਦੀ ਆਗਿਆ ਦਿੱਤੀ ਗਈ। ਦੂਸਰੇ ਪੜਾਅ ਦੇ ਤਹਿਤ ਪਰਸਨਲ ਕੇਅਰ ਸਰਵਿਸਿਜ਼, ਆਊਟਡੋਰ ਸਪੋਰਟ ਅਤੇ ਪਰਫਾਰਮੈਂਸਿਸ, ਅਮਿਊਜ਼ਮੈਂਟ ਪਾਰਕ, ਲਿਮਿਟਡ ਇੰਡੋਰ ਰਿਲੀਜੀਅਸ ਸਰਵਿਸਿਜ਼, ਇਹਨਾਂ ਸਭ ਦੀ ਪਰਮਿਸ਼ਨ ਹੈ, ਕਿਉਂਕਿ ਇਸ ਦੇ ਲਈ 70% ਜਾਣੀ ਕਿ 70% ਦੀ ਆਬਾਦੀ ਨੂੰ ਕੋਵਿਡ-19 ਵੈਕਸੀਨ ਦੀ ਇੱਕ ਡੋਜ਼ ਅਤੇ 20% ਨੂੰ 2 ਡੋਜ਼ ਲੱਗੀਆਂ ਜ਼ਰੂਰੀ ਸਨ। ਮੈਨੀਟੋਬਾ ਵੱਲੋਂ ਕੈਨੇਡਾ ਡੇ ਦੇ ਮੌਕੇ ਦੇ ਉੱਪਰ ਆਪਣਾ ਪਹਿਲਾ ਕੋਵਿਡ-19 ਵੈਕਸੀਨ ਦੇ ਨਾਲ ਸੰਬੰਧਿਤ ਟੀਚਾ ਪੂਰਾ ਕੀਤਾ ਜਾਵੇਗਾ। ਜਦੋਂ ਇੱਥੇ 75% ਦੀ ਆਬਾਦੀ ਨੂੰ ਕੋਵਿਡ-19 ਵੈਕਸੀਨ ਦੀ ਇੱਕ ਡੋਜ਼ ਅਤੇ 50% ਨੂੰ 2 ਡੋਜ਼ ਲੱਗ ਜਾਣਗੀਆਂ, ਜੋ ਕਿ ਟਾਰਗੇਟ ਅਗਸਤ ਮਹੀਨੇ ਤੱਕ ਤੈਅ ਕੀਤਾ ਗਿਆ ਹੈ, ਤਾਂ ਕਾਰੋਬਾਰਾਂ ਨੂੰ ਪੂਰੀ ਕੈਪੈਸਿਟੀ ਦੇ ਨਾਲ ਖੋਲ੍ਹਣ ਦੀ ਪਰਮਿਸ਼ਨ ਮਿਲ ਜਾਵੇਗੀ। ਫਿਲਹਾਲ ਪਹਿਲੇ ਪੜਾਅ ਦੇ ਤਹਿਤ ਬਿਜ਼ਨਸ ਅਤੇ ਹੋਰ ਫੈਸਿਲਿਟੀਜ਼ ਨੂੰ 25% ਦੀ ਕੈਪੈਸਿਟੀ ਦੇ ਨਾਲ ਖੋਲ੍ਹਿਆ ਜਾ ਸਕਦਾ ਹੈ। ਅਲਬਰਟਾ ਦੇ ਵਿੱਚ ਆਊਟਡੋਰ ਗੈਦਰਿੰਗ ਦੇ ਵਿੱਚ 20 ਜਾਣੇ ਸ਼ਾਮਿਲ ਹੋ ਸਕਦੇ ਨੇ, ਪਰ ਇੱਥੇ ਡਿਸਟੈਂਸਿੰਗ ਬਣਾ ਕੇ ਰੱਖਣੀ ਜ਼ਰੂਰੀ ਹੋਵੇਗੀ। 1/3 ਕੈਪੈਸਿਟੀ ਦੇ ਨਾਲ ਪਲੇਸਿਸ ਆਫ ਵਰਸ਼ਿਪ ਜਾਣੀ ਕਿ ਧਾਰਮਿਕ ਸਥਾਨ ਖੋਲ੍ਹੇ ਜਾ ਸਕਦੇ ਨੇ। ਰੈਸਟੋਰੈਂਟ ਅੰਦਰ ਇੱਕ ਟੇਬਲ ਦੇ ਉੱਪਰ 6 ਜਾਣਿਆਂ ਦੇ ਬੈਠਣ ਦੀ ਇਜਾਜ਼ਤ ਹੈ। ਨਾਲ ਹੀ ਇੰਡੋਰ ਅਤੇ ਆਊਟਡੋਰ ਦੀ ਵੀ ਇਜਾਜ਼ਤ ਦਿੱਤੀ ਗਈ ਹੈ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਮੌਜੂਦਾ ਸਮੇਂ ਇਕੱਠ ਦੇ ਵਿੱਚ 50 ਜਾਣੇ ਸ਼ਾਮਿਲ ਹੋ ਸਕਦੇ ਨੇ। ਬੈਂਕੁਏਟ ਹਾਲ, ਮੂਵੀ ਥੀਏਟਰ ਅਤੇ ਥੀਏਟਰ ਪਰਫਾਰਮੈਂਸਿਸ ਖੋਲ੍ਹੀਆਂ ਜਾ ਚੁੱਕੀਆਂ ਨੇ। ਹਾਈ ਇੰਟੈਂਸਿਟੀ ਫਿਟਨੈਸ ਕਲਾਸਿਸ ਨੂੰ ਵੀ ਇਜਾਜ਼ਤ ਦੇ ਦਿੱਤੀ ਗਈ ਹੈ। ਬਾਰਸ ਦੇ ਵਿੱਚ ਲਿਕਰ ਜਾਣੀ ਕਿ ਸ਼ਰਾਬ ਨੂੰ ਅੱਧੀ ਰਾਤ ਤੱਕ ਵੇਚਿਆ ਜਾ ਸਕਦਾ ਹੈ। ਇੰਡੋਰ ਫੇਥ ਗੈਦਰਿੰਗ ਦੇ ਵਿੱਚ 50 ਜਾਣੇ ਸ਼ਾਮਿਲ ਹੋ ਸਕਦੇ ਨੇ। ਡੈਲਟਾ ਪੁਲਿਸ ਐਂਟੀ ਗੈਂਗ ਟੀਮ ਵੱਲੋਂ ਜਾਣਕਾਰੀ ਦਿੱਤੀ ਗਈ ਹੈ, ਜਿੱਥੇ ਉਹਨਾਂ ਦੱਸਿਆ ਹੈ ਕਿ ਪਿਛਲੇ ਹਫ਼ਤੇ 15 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹਨਾਂ 15 ਜਾਣਿਆਂ ਦੀ ਗ੍ਰਿਫਤਾਰੀ ਵੱਖ-ਵੱਖ ਮਾਮਲਿਆਂ ਦੇ ਸੰਬੰਧੀ ਕੀਤੀ ਗਈ ਹੈ, ਜਿਸ ਦੀ ਜਾਣਕਾਰੀ ਉਹਨਾਂ ਵੱਲੋਂ ਆਪਣੀ ਵੈਬਸਾਈਟ ਦੇ ਉੱਪਰ ਜਾਣੀ ਕਿ ਸੋਸ਼ਲ ਮੀਡੀਆ ਪਲੇਟਫਾਰਮ ਤੇ ਸਾਂਝੀ ਕੀਤੀ ਹੈ। ਡੈਲਟਾ ਪੁਲਿਸ ਡਿਪਾਰਟਮੈਂਟ ਦੀ ਵਾਇਲੈਂਸ ਸਪਰੈਸ਼ਨ ਟੀਮ ਵੱਲੋਂ ਪਿਛਲੇ ਹਫ਼ਤੇ 15 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਦੀ ਜਾਣਕਾਰੀ ਡਿਪਾਰਟਮੈਂਟ ਵੱਲੋਂ ਆਪਣੇ ਸੋਸ਼ਲ ਮੀਡੀਆ ਚੈਨਲ ਦੇ ਉੱਪਰ ਸਾਂਝੀ ਕੀਤੀ ਗਈ ਹੈ। ਜੋ ਨਵੀਂ ਐਂਟੀ ਗੈਂਗ ਟੀਮ ਐਲਾਨ ਕੀਤੀ ਗਈ, ਉਸ ਵੱਲੋਂ ਜੂਨ 9 ਤੋਂ 12 ਦੇ ਵਿਚਕਾਰ 15 ਜਾਣਿਆਂ ਦੀ ਗ੍ਰਿਫਤਾਰੀ ਕੀਤੀ ਗਈ ਹੈ। ਇਹ ਗ੍ਰਿਫਤਾਰੀ ਉਹਨਾਂ ਦੀ ਹੋਈ ਹੈ ਜਿਹੜੇ ਡਰੱਗ ਟ੍ਰੈਫਿਕਿੰਗ ਅਤੇ ਪ੍ਰੋਹਿਬਿਟਡ ਡਰਾਈਵਿੰਗ ਦੇ ਨਾਲ ਜੁੜੇ ਹੋਏ ਨੇ। ਇਸ ਟੀਮ ਵੱਲੋਂ 60 ਟ੍ਰੈਫਿਕ ਸਟਾਪ ਲਗਾਏ ਗਏ ਸਨ ਅਤੇ ਡੈਬਿਟ ਕ੍ਰੈਡਿਟ ਮਸ਼ੀਨ ਉਹਨਾਂ ਵੱਲੋਂ ਸੀਜ਼ ਕੀਤੀ ਗਈ। ਡਰੱਗ ਟ੍ਰੈਫਿਕਿੰਗ ਦੇ ਮਾਮਲੇ ਦੇ ਵਿੱਚ 150 ਪ੍ਰੀ ਪੈਕੇਜਡ ਬੈਗ ਜਿਹੜੇ ਕਿ ਅਲੱਗ-ਅਲੱਗ ਨਸ਼ਿਆਂ ਦੇ ਸਨ, ਇੱਕ ਵਾਹਨ ਵੀ ਬਰਾਮਦ ਕੀਤਾ ਗਿਆ ਹੈ। ਜਾਣਕਾਰੀ ਦੇ ਮੁਤਾਬਕ ਪਿਛਲੇ ਹਫ਼ਤੇ ਜਿਨ੍ਹਾਂ 4 ਜਾਣਿਆਂ ਦੀ ਗ੍ਰਿਫਤਾਰੀ ਹੋਈ ਹੈ, ਉਹ ਪ੍ਰੋਹਿਬਿਟਡ ਡਰਾਈਵਿੰਗ ਦੇ ਨਾਲ ਜੁੜੇ ਹੋਏ ਨੇ।
ਜੇਕਰ ਕਿਸੇ ਦੀ ਵੀ ਇਸ ਦੇ ਤਹਿਤ ਗ੍ਰਿਫਤਾਰੀ ਹੁੰਦੀ ਹੈ ਤਾਂ ਉਸ ਨੂੰ 12 ਮਹੀਨੇ ਦੇ ਵਾਸਤੇ ਡਰਾਈਵਿੰਗ ਤੋਂ ਰੋਕ ਦਿੱਤਾ ਜਾਂਦਾ ਹੈ ਤੇ ਉਸ ਨੂੰ ਵੱਡਾ ਜੁਰਮਾਨਾ ਵੀ ਲੱਗ ਸਕਦਾ ਹੈ। ਇੰਨਾ ਹੀ ਨਹੀਂ, ਉਸ ਵਿਅਕਤੀ ਨੂੰ 6 ਮਹੀਨੇ ਦੀ ਜੇਲ੍ਹ ਵੀ ਹੋ ਸਕਦੀ ਹੈ ਕਿਉਂਕਿ ਪ੍ਰੋਹਿਬਿਟਡ ਡਰਾਈਵਿੰਗ ਇੱਕ ਕ੍ਰਿਮੀਨਲ ਆਫੈਂਸ ਹੈ। ਇਸ ਟੀਮ ਵੱਲੋਂ ਜੂਨ 2 ਤੋਂ ਲੈ ਕੇ 5 ਦੇ ਵਿਚਕਾਰ 21 ਜਣਿਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ਕੋਲੋਂ ਕਈ ਹਥਿਆਰ ਵੀ ਬਰਾਮਦ ਕੀਤੇ ਗਏ ਸਨ। ਜਾਣਕਾਰੀ ਲਈ ਦੱਸ ਦਈਏ ਕਿ ਇਸ ਟੀਮ ਦਾ ਐਲਾਨ ਮਈ 15 ਨੂੰ ਕੀਤਾ ਗਿਆ ਤੇ ਹੁਣ ਇਸ ਟੀਮ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ। ਹਫ਼ਤੇ ਦੇ ਵਿੱਚ ਜਿਨ੍ਹਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਂਦਾ ਹੈ ਉਸ ਦੀ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ। ਇਸ ਖਬਰ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੈਨੇਡਾ ਦੇ ਕਿਸ ਹਿੱਸੇ ਤੋਂ ਕਿੰਨੇ ਕਰੋਨਾ ਦੇ ਮਾਮਲੇ ਸਾਹਮਣੇ ਆਏ, ਕੈਨੇਡਾ ਦੇ ਵਿੱਚ ਮੌਜੂਦਾ ਕੀ ਨੇ ਕਰੋਨਾ ਵਾਇਰਸ ਦੇ ਹਾਲਾਤ, ਸਾਰੀ ਜਾਣਕਾਰੀ ਦੇਵਾਂਗੇ ਇਸ ਖਬਰ ਦੇ ਵਿੱਚ। ਓਨਟਾਰੀਓ ਦੇ ਵਿੱਚ 24 ਘੰਟਿਆਂ ਦੌਰਾਨ 355 ਕਰੋਨਾ ਦੇ ਮਾਮਲੇ ਸਾਹਮਣੇ ਆਏ। 24 ਘੰਟਿਆਂ ਦੌਰਾਨ 13 ਜਾਨਾਂ ਇਸ ਵਾਇਰਸ ਦੇ ਕਾਰਨ ਗਈਆਂ, ਜਿਸ ਤੋਂ ਬਾਅਦ ਹੁਣ ਤੱਕ ਦਾ ਮੌਤਾਂ ਦਾ ਅੰਕੜਾ ਪ੍ਰੋਵਿੰਸ ਦੇ ਵਿੱਚ 9007 ਹੋ ਗਿਆ। ਹਸਪਤਾਲ ਦੇ ਵਿੱਚ 336 ਦੇ ਕਰੀਬ ਮਰੀਜ਼ ਹਨ। ਓਨਟਾਰੀਓ ਦੇ ਵਿੱਚ 221 ਮਰੀਜ਼ ਵੈਂਟੀਲੇਟਰ ਦੇ ਉੱਪਰ ਨੇ। ਟੋਰਾਂਟੋ ਤੋਂ 58, ਵਾਟਰਲੂ ਤੋਂ 54, ਪੀਲਬ੍ਰਿਜਨ ਤੋਂ 45, ਹੈਮਿਲਟਨ ਤੋਂ 23 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਕਿਊਬੈਕ ਤੋਂ 24 ਘੰਟਿਆਂ ਦੌਰਾਨ 160 ਕਰੋਨਾ ਦੇ ਮਾਮਲੇ ਸਾਹਮਣੇ ਆਏ ਅਤੇ 9 ਜਾਨਾਂ ਇਸ ਵਾਇਰਸ ਦੇ ਕਾਰਨ ਗਈਆਂ ਨੇ। ਹੁਣ ਤੱਕ 3,73,818 ਕੁੱਲ ਮਾਮਲੇ ਸਾਹਮਣੇ ਆ ਚੁੱਕੇ ਨੇ। 11,199 ਜਾਨਾਂ ਇਸ ਵਾਇਰਸ ਦੇ ਕਾਰਨ ਜਾ ਚੁੱਕੀਆਂ ਨੇ। ਹਸਪਤਾਲ ਦੇ ਵਿੱਚ 178 ਦੇ ਕਰੀਬ ਮਰੀਜ਼ ਹਨ, ਜਿਨ੍ਹਾਂ ਵਿੱਚੋਂ 39 ਇੰਟੈਂਸਿਵ ਕੇਅਰ ਅਧੀਨ ਹਨ। ਕਿਊਬੈਕ ਦੇ ਵਿੱਚ 99% ਦੀ ਆਬਾਦੀ ਨੂੰ ਕੋਵਿਡ-19 ਵੈਕਸੀਨ ਦੀ ਇੱਕ ਡੋਜ਼ ਲੱਗ ਚੁੱਕੀ ਹੈ ਅਤੇ 18% ਨੂੰ ਦੋਨੇ ਡੋਜ਼ ਲੱਗ ਚੁੱਕੀਆਂ ਨੇ। ਮੈਨੀਟੋਬਾ ਤੋਂ 151 ਨਵੇਂ ਕਰੋਨਾ ਦੇ ਮਾਮਲੇ ਸਾਹਮਣੇ ਆਏ ਅਤੇ 3 ਜਾਨਾਂ ਇਸ ਵਾਇਰਸ ਦੇ ਕਾਰਨ ਬੀਤੇ 24 ਘੰਟਿਆਂ ਦੌਰਾਨ ਚਲੀਆਂ ਗਈਆਂ। ਕੈਨੇਡਾ ਵਿੱਚ ਹੁਣ ਤੱਕ 14.1 ਮਿਲੀਅਨ ਦੇ ਕਰੀਬ ਕੁੱਲ ਕਰੋਨਾ ਮਾਮਲੇ ਸਾਹਮਣੇ ਆ ਚੁੱਕੇ ਨੇ। 26,048 ਦੇ ਕਰੀਬ ਜਾਨਾਂ ਇਸ ਵਾਇਰਸ ਦੇ ਕਾਰਨ ਜਾ ਚੁੱਕੀਆਂ ਨੇ। 13.7 ਮਿਲੀਅਨ ਦੇ ਕਰੀਬ ਕੈਨੇਡਾ ਦੇ ਵਿੱਚ ਰਿਕਵਰਡ ਮਾਮਲਿਆਂ ਦੀ ਗਿਣਤੀ ਹੈ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਬਾਰਡਰ ਖੋਲ੍ਹਣ ਦੇ ਲਈ ਸਰਕਾਰ ਤੇ ਦਬਾਅ, ਬਾਰਡਰ ਛੇਤੀ ਖੋਲ੍ਹਣ ਦੀ ਹੋ ਰਹੀ ਹੈ ਮੰਗ। ਕੈਨੇਡਾ ਦੇ ਸਕੂਲਾਂ ਦੇ ਵਿੱਚ ਪੜਾਇਆ ਜਾ ਰਿਹਾ ਕਿਸਾਨੀ ਸੰਘਰਸ਼ ਬਾਰੇ ਭਾਰਤੀ ਕੌਂਸਲੇਟ ਨੇ ਪੱਤਰ ਲਿਖ ਕੇ ਜਤਾਇਆ ਇਸ ਦੇ ਉੱਪਰ ਇਤਰਾਜ਼। ਕੈਨੇਡਾ ਨੇ ਪੂਰਾ ਕੀਤਾ ਵੈਕਸੀਨ ਦਾ ਟੀਚਾ, 75% ਦੀ ਆਬਾਦੀ ਨੂੰ ਲੱਗੀ ਪਹਿਲੀ ਡੋਜ਼। ਲੋਟੋਮੈਕਸ ਲਾਟਰੀ ਜਿੱਤਣ ਦਾ ਸੁਨਹਿਰੀ ਮੌਕਾ, ਇਸ ਹਫ਼ਤੇ ਵੀ ਨਹੀਂ ਨਿਕਲ ਸਕਿਆ ਡਰਾਅ। ਸਮੁੰਦਰੀ ਤੱਟ ਤੇ ਜਮ੍ਹਾਂ ਹੋਏ ਪੁਰਾਣੇ ਮਾਸਕ, ਮਾਹਿਰਾਂ ਨੇ ਕੀਤਾ ਚਿੰਤਾ ਦਾ ਪ੍ਰਗਟਾਵਾ। ਅਮਰੀਕਾ ਦੇ ਵਿੱਚ ਲੱਗੇ 300 ਮਿਲੀਅਨ ਟੀਕੇ, ਬਾਈਡਨ ਨੇ ਕੀਤਾ ਧੰਨਵਾਦ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।